ਸਤਨਾਮ ਸ੍ਰੀ ਵਾਹਿਗੁਰੂ ਜੀ। ਅਗਮਹੁ ਅਗਮ ਅਗੰਮ ਹੈ, ਅਗਮ ਅਗਮ ਅਤ ਅਗਮ ਸੁਣਾਏ। ਅਲਖਹੁ ਅਲਖ ਅਲਖ ਹੈ, ਅਲਖ ਅਲਖ ਲਖ ਅਲਖ ਧਿਆਏ। ਅਪਰੰਪਰ ਅਪਰੰਪਰਹੁ ਅਪਰੰਪਰ ਅਪਰੰਪਰ ਭਾਏ। ਆਗੋਚਰ ਆਗੋਚਰਹੁ ਆਗੋਚਰ ਆਗੋਚਰ ਜਾਏ। ਪਾਰ ਬ੍ਰਹਮ ਪੂਰਨ ਬ੍ਰਹਮ, ਸਾਧ ਸੰਗਤ ਆਗਾਧ ਅਲਾਏ। ਗੁਰਮੁਖ ਸੁਖ ਫਲ ਪਿਰਮ ਰਸ, ਭਗਤ ਵਸ਼ਲ ਹੋਏ ਅਛਲ ਛਲਾਏ। ਵੀਹ ਇਕੀਹ ਚੜ੍ਹਾਓ ਚੜ੍ਹਾਏ, ਵੀਹ ਇਕੀਹ ਚੜ੍ਹਾਓ ਚੜ੍ਹਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਚਵਰ ਛਤਰ ਤਖਤ ਦੇ ਮਾਲਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਹਾਜ਼ਰੀਆਂ ਭਰ ਰਹੀ ਸਤਿਗੁਰੂ ਦੀ ਸਾਜੀ ਨਿਵਾਜੀ ਗੁਰੂ ਰੂਪ ਸਾਧ ਸੰਗਤ ਜੀ, ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਵਿੱਚੋਂ ਆਪ ਜੀ 16ਵੀਂ ਵਾਰ ਦੀ ਵਿਚਾਰ ਸਰਵਣ ਕਰ ਰਹੇ ਹੋ। 17ਵੀਂ ਪੌੜੀ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਇਸ ਪੌੜੀ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਪਰਮੇਸ਼ਰ ਬੇਅੰਤ ਹੈ, ਅਲਖ ਹੈ, ਅਪਰੰਪਰ ਹੈ, ਪਰੇ ਤੋਂ ਪਰੇ ਹੈ, ਇਹ ਕਥਨ ਕਰਦੇ ਹੈ। ਭਗਤ ਵਸ਼ਲ ਹੈ, ਚਤੁਰਾਈਆਂ ਦੇ ਸਿਆਣਪਾਂ ਦੇ ਨਾਲ ਕਦੇ ਮਿਲਦਾ ਨਹੀਂ। ਉਹ ਪ੍ਰੇਮ ਦੇ ਅਧੀਨ ਹੈ। ਸਾਚ ਕਹੋ ਸੁਨ ਲਿਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਸੋ ਜਿਨ੍ਹਾਂ ਨੇ ਪ੍ਰੇਮ ਕੀਤਾ ਹੈ ਉਹਨਾਂ ਨੇ ਪਰਮੇਸ਼ਰ ਨੂੰ ਪਾ ਲਿਆ ਹੈ। ਉਹ ਨੇਤ ਹੈ, ਬੇਅੰਤ ਹੈ, ਅਗਮ ਹੈ, ਇਹੀ ਕਹਿਣਾ ਬਣਦਾ ਹੈ। ਇਹ ਕਹਿ ਕੇ ਵੀ ਉਹ ਕਹਿਣ ਦੇ ਵਿੱਚ ਨਹੀਂ ਆਉਂਦਾ। ਸੋ ਚਿੱਤ ਬਿਰਤੀਆਂ ਨੂੰ ਇਕਾਗਰ ਕਰਦਿਆਂ ਹੋਇਆਂ ਭਾਈ ਗੁਰਦਾਸ ਦੇ ਅੰਮ੍ਰਿਤ ਬਚਨਾਂ ਦੀ ਵਿਚਾਰ ਸਰਵਣ ਕਰੀਏ। ਵਾਹਿਗੁਰੂ ਜੀ। ਅਗਮਹੁ ਅਗਮ ਅਗੰਮ ਹੈ, ਅਗਮ ਅਗਮ ਅਤ ਅਗਮ ਸੁਣਾਏ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਪਰਮਾਤਮਾ ਅਗੰਮ ਸਰੂਪ ਤੋਂ ਵੀ ਅਗੰਮ ਹੈ। ਜਿਹੜੇ ਵੱਡੀਆਂ ਤਾਕਤਾਂ ਸ਼ਕਤੀਆਂ ਵਾਲੇ ਅਗੰਮ ਤੋਂ ਅਗੰਮ ਹੋਏ ਹੈ, ਉਹ ਵੀ ਵਾਹਿਗੁਰੂ ਨੂੰ ਅਗਮ ਅਗਮ ਹੀ ਸੁਣਾਉਂਦੇ ਹੈ ਵੀ ਉਹ ਬੜਾ ਅਗਮ ਹੈ। ਭਾਵ ਜਿੱਥੇ ਗਮਤਾ ਨਹੀਂ, ਜਿੱਥੇ ਮਨ ਵੀ ਨਹੀਂ ਪਹੁੰਚ ਸਕਦਾ, ਉਹ ਐਸਾ ਹੈ ਪਰਮੇਸ਼ਰ। ਅਲਖਹੁ ਅਲਖ ਅਲਖ ਹੈ, ਅਲਖ ਅਲਖ ਲਖ ਅਲਖ ਧਿਆਏ। ਵਾਹਿਗੁਰੂ ਅਲਖ ਸਰੂਪ ਤੋਂ ਵੀ ਅਲਖ ਹੈ ਅਤੇ ਲੱਖਾਂ ਹੀ ਜਿਹੜੇ ਅਲਖ ਸਰੂਪਾਂ ਤੋਂ ਅਲਖ ਹਨ, ਉਹ ਪਰਮਾਤਮਾ ਨੂੰ ਅਲਖ ਅਲਖ ਕਰਕੇ ਧਿਆਉਂਦੇ ਹੈ। ਮਤਲਬ ਨਾ ਲਖੇ ਜਾਣ ਵਾਲਾ, ਬੁੱਧੀ ਦੀ ਪਕੜ ਦੇ ਵਿੱਚ ਨਹੀਂ ਆਉਣ ਵਾਲਾ। ਵਾਹਿਗੁਰੂ ਜੇ ਕਹੀਏ ਵੀ ਸਾਡੀ ਮੱਤ ਦੇ ਵਿੱਚ ਆ ਜਾਏ, ਸਾਡੀ ਮੱਤ ਬੁੱਧੀ ਦੀ ਪਕੜ ਵਿੱਚ ਆ ਜਾਏ,
ਨਹੀਂ ਆ ਸਕਦਾ। ਅਪਰੰਪਰ ਅਪਰੰਪਰਹੁ ਅਪਰੰਪਰ ਅਪਰੰਪਰ ਭਾਏ। ਵਾਹਿਗੁਰੂ ਅਪਰੰਪਰ ਤੋਂ ਵੀ ਅਪਰੰਪਰ ਹੈ, ਮਤਲਬ ਪਰੇ ਤੋਂ ਪਰੇ ਹੈ। ਉਹਦੇ ਤੋਂ ਪਰੇ ਤਾਂ ਕੁਛ ਹੈ ਹੀ ਨਹੀਂ, ਉਹ ਸਭ ਤੋਂ ਪਰੇ ਉਹੀ ਹੈ। ਅਪਰੰਪਰ ਤੋਂ ਵੀ ਅਪਰੰਪਰ ਸਵਰੂਪ ਹੈ ਉਸ ਦਾ। ਔਰ ਜਿਹੜੇ ਆਪ ਅਪਰੰਪਰ ਹੋਏ ਨੇ ਉਹਨਾਂ ਨੂੰ ਅਪਰੰਪਰ ਵਾਹਿਗੁਰੂ ਬੜਾ ਭਾਏ ਪਾਉਂਦਾ ਹੈ, ਚੰਗਾ ਲੱਗਦਾ ਹੈ। ਅਥਵਾ ਜਿਹੜੇ ਅਪਰੰਪਰ ਸਵਰੂਪ ਵਾਲੇ ਹੈ ਨਾ, ਉਹ ਵੀ ਵਾਹਿਗੁਰੂ ਦੇ ਭਾਏ ਭਾਣੇ ਵਿੱਚ ਚੱਲਦੇ ਹੈ। ਆਗੋਚਰ ਆਗੋਚਰਹੁ ਆਗੋਚਰ ਆਗੋਚਰ ਜਾਏ। ਅਗੋਚਰ ਤੋਂ ਵੀ ਅਗੋਚਰ ਹੈ ਵਾਹਿਗੁਰੂ। ਜਿਹੜੇ ਆਪ ਅਗੋਚਰ ਨੇ ਉਹ ਵਾਹਿਗੁਰੂ ਨੂੰ ਅਗੋਚਰ ਕਹਿੰਦੇ ਆ ਵੀ ਉਹਦੀ ਥਾਂ ਅਗੋਚਰ ਹੈ, ਜਾਏ ਜਿੱਥੇ ਉਹ ਰਹਿੰਦਾ ਹੈ ਉਹ ਅਗੋਚਰ ਹੈ। ਅਗੋਚਰ ਦਾ ਆਖਰੀ ਅਰਥ ਹੁੰਦਾ ਜਿਹੜਾ ਇੰਦਰੀਆਂ ਦੀ ਪਕੜ ਵਿੱਚ ਨਾ ਆਵੇ। ਜਿਵੇਂ ਆਪਾਂ ਕਹਿੰਦੇ ਅੱਖਾਂ ਗੋਚਰਾ, ਅੱਖਾਂ ਦੇ ਸਾਹਮਣੇ ਬਹੁਤ ਸਾਰੀਆਂ ਵਸਤੂਆਂ ਉਹ ਸਾਡੇ ਇੰਦਰੀਆਂ ਦਾ ਵਿਸ਼ਾ ਹਨ। ਜਿਵੇਂ ਅੱਖਾਂ ਦੇ ਨਾਲ ਆਪਾਂ ਸਾਰਾ ਕੁਝ ਦੇਖਦੇ ਹਾਂ, ਸਾਹਮਣੇ ਫੁੱਲ ਹੋਣ, ਕੋਈ ਵੀ ਚੀਜ਼ ਸਾਹਮਣੇ ਪਈ ਹੈ ਸਾਨੂੰ ਅੱਖਾਂ ਨਾਲ ਦਿਸਦੀ ਹੈ। ਆਕਾਰ ਵਾਲੀ ਦਿਸਣ ਵਾਲੀ ਚੀਜ਼ ਸਾਡੇ ਅੱਖਾਂ ਦਾ ਵਿਸ਼ਾ ਹੈ। ਸ਼ਬਦ ਜਿਹੜਾ ਹੈ ਉਹ ਕੰਨਾਂ ਦਾ ਵਿਸ਼ਾ ਹੈ, ਕੰਨ ਉਹਨੂੰ ਸੁਣਦੇ ਹੈ। ਅਤੇ ਹੱਥ ਜਿਹੜੇ ਹੈ ਇਹ ਕਿਸੇ ਚੀਜ਼ ਨੂੰ ਫੜਦੇ ਹੈ, ਪਕੜਨ ਦਾ ਵਿਸ਼ਾ ਹੈ। ਪੈਰ ਜਿਹੜੇ ਉਹ ਚੱਲ ਕੇ ਜਾਂਦੇ। ਤੋ ਜਿਹੜਾ ਇਹਨਾਂ ਇੰਦਰੀਆਂ ਦੀ ਪਕੜ ਵਿੱਚ ਨਾ ਆਵੇ ਉਹਨੂੰ ਅਗੋਚਰ ਕਹਿੰਦੇ ਹੈ। ਐਸਾ ਵਾਹਿਗੁਰੂ ਹੈ ਅਗੋਚਰ ਤੋਂ ਅਗੋਚਰ, ਔਰ ਉਹਦੀ ਜਗ੍ਹਾ ਜਿੱਥੇ ਰਹਿੰਦਾ ਉਹ ਵੀ ਅਗੋਚਰ ਹੈ। ਪਾਰ ਬ੍ਰਹਮ ਪੂਰਨ ਬ੍ਰਹਮ ਸਾਧ ਸੰਗਤ ਆਗਾਦ ਅਲਾਏ। ਪਾਰ ਬ੍ਰਹਮ ਪਰਮੇਸ਼ਰ ਸਾਰਿਆਂ ਥਾਵਾਂ 'ਤੇ ਫੈਲਿਆ ਹੋਇਆ ਹੈ, ਹਰ ਥਾਂ 'ਤੇ ਉਹ ਵਸਦਾ ਹੈ। ਗੁਰਬਾਣੀ ਜਦੋਂ ਆਪਾਂ ਪੜ੍ਹਦੇ ਹਾਂ ਮਹਾਰਾਜ ਫਰਮਾਉਂਦੇ ਹੈ, ਸਗਲ ਬਨਸਪਤ ਮਹਿ ਬੈ ਸੰਤਰ ਸਗਲ ਦੂਧ ਮਹਿ ਘੀਆ ਊਚ ਨੀਚ ਮਹਿ ਜੋਤ ਸਮਾਣੀ ਘਟ ਘਟ ਮਾਧੋ ਜੀਆ। ਸਾਰੀ ਬਨਸਪਤੀ ਦੇ ਵਿੱਚ, ਰੁੱਖਾਂ ਦੇ ਵਿੱਚ ਅੱਗ ਹੈ, ਸਾਰੇ ਦੁੱਧ ਵਿੱਚ ਘਿਓ ਹੈ। ਊਚ ਨੀਚ ਮਹਿ ਜੋਤ ਸਮਾਣੀ ਘਟ ਘਟ ਮਾਧੋ ਜੀਆ। ਇਸੇ ਤਰ੍ਹਾਂ ਹਰੇਕ ਉੱਚੇ ਨੀਵੇਂ ਵਿੱਚ ਵਾਹਿਗੁਰੂ ਦੀ ਜੋਤ ਸਮਾਈ ਹੈ, ਉਹ ਸਾਰਿਆਂ ਦੇ ਵਿੱਚ ਵਸਦਾ ਹੈ। ਅਤੇ ਸਾਧ ਸੰਗਤ ਉਸ ਨੂੰ ਅਗਾਧ ਕਹਿੰਦੀ ਹੈ, ਗੰਭੀਰ ਕਹਿੰਦੀ ਹੈ, ਬੜਾ ਡੂੰਘਾ ਹੈ, ਥਾਹ ਨਹੀਂ ਪਾਈ ਜਾ ਸਕਦੀ ਉਹਦੀ। ਇਸ ਤਰ੍ਹਾਂ ਸਾਧ ਸੰਗਤ ਕਹਿੰਦੀ ਹੈ। ਗੁਰਮੁਖ ਸੁਖ ਫਲ ਪਿਰਮ ਰਸ ਭਗਤ ਵਸ਼ਲ ਹੋਏ ਅਛਲ ਛਲਾਏ। ਗੁਰਮੁਖਾਂ ਨੂੰ ਸੁਖ ਫਲ ਕਿਹੜਾ ਮਿਲਿਆ? ਉਹਦਾ ਪ੍ਰੇਮ ਰਸ। ਗੁਰਮੁਖ ਸਦਾ ਉਹਦਾ ਨਾਮ ਜਪਦੇ ਹੈ, ਗੁਰਮੁਖਾਂ ਦੇ ਅੰਦਰ ਪ੍ਰਭੂ ਦਾ ਪ੍ਰੇਮ ਹੈ। ਇਹ ਪ੍ਰੇਮ ਰਸ ਹੀ ਉਹਨਾਂ ਨੂੰ ਸੁਖ ਰੂਪੀ ਫਲ ਮਿਲਿਆ ਹੈ। ਪਰਮਾਤਮਾ ਅਲੱਖ ਹੈ, ਅਗੰਮ ਹੈ, ਅਗੋਚਰ ਹੈ, ਅਪਰੰਪਰ ਹੈ, ਪਰ ਭਗਤ ਵਸ਼ਲ ਹੋਣ ਕਰਕੇ ਉਹ ਹੈ ਤਾਂ ਅਛਲ, ਕੋਈ ਉਹਨੂੰ ਛਲ ਨਹੀਂ ਸਕਦਾ, ਪਰ ਭਗਤਾਂ ਦਾ ਉਹ ਵਸ ਹੋ ਗਿਆ। ਭਗਤਾਂ ਦੇ ਪ੍ਰੇਮ ਕਰਕੇ ਉਹ ਵਸੀਕਾਰ ਹੋ ਗਿਆ। ਮਤਲਬ ਉਹਨੇ ਜੇ ਛਲਾਇਆ, ਉਹਨੇ ਆਪਣੇ ਆਪ ਭਗਤਾਂ ਤੋਂ ਆਪਣਾ ਆਪ ਛਲਾ ਲਿਆ ਹੈ, ਉਹਨਾਂ ਦੇ ਵਸ ਵਿੱਚ ਹੋ ਗਿਆ। ਐਸਾ ਹੈ ਵਾਹਿਗੁਰੂ। ਵੀਹ ਅਕੀਹ ਚੜਾਓ ਚੜਾਏ। ਅਤੇ ਜਿਹੜੇ ਗੁਰਮੁਖ ਪਿਆਰੇ ਹੈ ਉਹ ਇਸ 20 ਸੰਸਾਰ ਤੋਂ ਉੱਪਰ ਉੱਠ ਕੇ ਇਕੀਹ ਇੱਕ ਜੋ ਈਸ਼ਵਰ ਵਾਹਿਗੁਰੂ ਹੈ ਨਾ, ਪਰਮਾਤਮਾ ਆਪ ਹੀ ਉਹਨਾਂ ਨੂੰ ਉਸ ਚੜਾਓ 'ਤੇ ਚੜ੍ਹਾ ਦਿੰਦਾ ਹੈ। ਮਤਲਬ ਉਸ ਉੱਚੀ ਅਵਸਥਾ 'ਤੇ ਵਾਹਿਗੁਰੂ ਆਪ ਹੀ ਲੈ ਜਾਂਦਾ ਹੈ। ਅਥਵਾ ਗੁਰਮੁਖ ਪਿਆਰੇ ਜਿਹੜੇ ਹੈ ਇੱਕ ਦੀ ਇੱਛਾ ਦਾ ਚੜਾਓ ਜਿਹੜਾ ਨਾ ਉਹਨਾਂ ਨੂੰ ਚੜ੍ਹਿਆ ਹੋਇਆ ਹੈ।
ਵਾਹਿਗੁਰੂ ਆਪ ਅਗੰਮ ਹੈ, ਪਰ ਪ੍ਰੇਮ ਕਰਨ ਵਾਲੇ ਤੇ ਸੁਤ ਬਿਤ ਤੇ ਲੋਕ ਇੱਛਾ ਜਿਹੜੀ ਹੈ ਉਹਨੂੰ ਛੱਡ ਕੇ ਪਰਮਾਤਮਾ ਦੀ ਇੱਛਾ ਰੱਖਣ ਵਾਲੇ ਜਿਹੜੇ ਗੁਰਮੁਖ ਪਿਆਰੇ ਨੇ ਉਹਦੇ ਪ੍ਰੇਮ ਰਸ ਦੇ ਵਿੱਚ ਸਦਾ ਹੀ ਮਗਨ ਰਹਿੰਦੇ ਹੈ। ਅਗਲੀ 18ਵੀਂ ਪੌੜੀ ਵਿੱਚ ਭਾਈ ਗੁਰਦਾਸ ਸਾਹਿਬ ਜੀ ਸਾਨੂੰ ਦੱਸਦੇ ਹੈ ਕਿ ਗੁਰੂ ਨਾਨਕ ਸਾਹਿਬ ਜੀ ਆਪ ਪਰਮੇਸ਼ਰ ਹਨ। ਮਹਾਰਾਜ ਨੇ ਸਰੀਰ ਧਾਰਿਆ ਸੰਸਾਰ ਦੇ ਭਲੇ ਲਈ। ਪਰਮੇਸ਼ਰ ਨੇ ਆਪ ਹੀ ਸਵਰੂਪ ਧਾਰ ਕੇ ਤੇ ਆਪਣਾ ਆਪ ਜਣਾਇਆ, ਮਤਲਬ ਆਪ ਹੀ ਉਹਨੇ ਆਪਣੇ ਆਪ ਬਾਰੇ ਦੱਸਿਆ। ਗੁਰੂ ਨਾਨਕ ਸਾਹਿਬ ਜੀ ਨੇ ਜੋ ਪਰਮੇਸ਼ਰ ਬਾਰੇ ਦੱਸਿਆ ਹੈ, ਪਰਮੇਸ਼ਰ ਨੇ ਆਪ ਹੀ ਆਪਣੇ ਬਾਰੇ ਦੱਸਿਆ ਹੈ, ਸਿਮਰਨ ਕਰਵਾਇਆ ਹੈ। ਪਾਰ ਬ੍ਰਹਮ ਪੂਰਨ ਬ੍ਰਹਮ ਨਿਰੰਕਾਰ ਆਕਾਰ ਬਣਾਇਆ। ਪਾਰ ਬ੍ਰਹਮ ਪਰਮੇਸ਼ਰ ਜਿਹੜਾ ਸਾਰਿਆਂ ਥਾਵਾਂ 'ਤੇ ਫੈਲਿਆ ਹੋਇਆ ਹੈ, ਆਕਾਰ ਤੋਂ ਰਹਿਤ ਹੈ, ਉਸੇ ਨੇ ਇਹ ਸਾਰੇ ਸੰਸਾਰ ਦਾ ਆਕਾਰ ਬਣਾਇਆ ਹੈ। ਇਹ ਜਿੰਨੀ ਦੁਨੀਆ ਜੋ ਸੰਸਾਰ ਵੇਖਦੇ ਹਾਂ ਇਹ ਉਹਦਾ ਆਕਾਰ ਬਣਾਇਆ ਹੋਇਆ ਹੈ। ਬਾਬਾ ਕਬੀਰ ਸਾਹਿਬ ਦੇ ਅਸੀਂ ਬਚਨ ਪੜ੍ਹਦੇ ਹਾਂ, ਓਏ ਜੋ ਦੀਸਹਿ ਅੰਬਰ ਤਾਰੇ, ਕਿਨ ਓਏ ਚੀਤੇ ਚੀਤਨ ਹਾਰੇ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਕਈ ਬੰਦੇ ਇਹ ਦਲੀਲ ਦਿੰਦੇ ਆ ਜੀ ਦੇਖੋ ਇੱਥੇ ਤੇ ਘਰ-ਬਾਰ ਮਕਾਨ ਹੋਰ ਕਈ ਕੁਝ ਬੰਦੇ ਨੇ ਬਣਾਇਆ, ਤੇ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਉਹ ਜਿਹੜੇ ਆਕਾਸ਼ ਵਿੱਚ ਤਾਰੇ ਦਿਸਦੇ ਆ, ਦੱਸੋ ਉਹਨਾਂ ਨੂੰ ਉੱਥੇ ਕੌਣ ਬਣਾਉਣ ਗਿਆ ਸੀ? ਕਿਨੇ ਓਏ ਚੀਤੇ ਚੀਤਨ ਹਾਰੇ, ਉਹਨਾਂ ਨੂੰ ਕਿਹਨੇ ਚਿਤਰਿਆ ਹੈ, ਬਣਾਇਆ ਹੈ। ਚਿੱਤਰ ਬਚਿੱਤਰ ਇਹ ਅਵਚੇਰਾ, ਤਜ ਚਿਤਰੈ ਚਿਤਰਾਖ ਚਿਤੇਰਾ। ਕਹਿੰਦੇ ਤੂੰ ਚਿੱਤਰ ਨੂੰ, ਤਸਵੀਰ ਨੂੰ ਛੱਡ, ਜੋ ਰੱਬ ਨੇ ਬਣਾਇਆ ਉਹਨੂੰ ਛੱਡ ਕੇ ਤੇ ਬਣਾਉਣ ਵਾਲੇ ਨੂੰ ਚੇਤੇ ਕਰ ਜਿਹਨੇ ਇਹ ਦੁਨੀਆ ਬਣਾਈ ਹੈ। ਇਸ ਲਈ ਵਾਹਿਗੁਰੂ ਪਰਮੇਸ਼ਰ ਉਸੇ ਨੂੰ ਚੇਤੇ ਕਰਿਆ ਕਰੋ। ਅਵਗਤ ਗਤ ਅਗਾਧ ਬੋਧ, ਗੁਰ ਮੂਰਤ ਹੋਏ ਅਲਖ ਲਖਾਇਆ। ਅਵਗਤ ਦੀ ਗਤ ਜਿਹੜੀ ਅਵਸਥਾ ਹੈ ਉਹ ਅਗਾਧ ਬੋਧ ਹੈ। ਸਾਡੇ ਬੋਧ ਸਾਡੇ ਸਮਝ ਵਿੱਚ ਨਹੀਂ ਆ ਸਕਦੀ, ਗੰਭੀਰ ਹੈ, ਡੂੰਘਾ ਹੈ। ਵਾਹਿਗੁਰੂ ਉਹ ਆਪ ਅਲਖ ਹੈ, ਗੁਰ ਮੂਰਤ ਹੋਏ ਤੇ ਗੁਰੂ ਨਾਨਕ ਦਾ ਸਵਰੂਪ ਹੋ ਕਰਕੇ ਵਾਹਿਗੁਰੂ ਨੇ ਆਪ ਹੀ ਆਪਣੇ ਸਵਰੂਪ ਬਾਰੇ ਜਣਾਇਆ ਹੈ। ਗੁਰਮੂਰਤ ਹੋਏ, ਗੁਰਮੂਰਤ ਦਾ ਮਤਲਬ ਗੁਰੂ ਸਵਰੂਪ, ਗੁਰੂ ਨਾਨਕ ਸਾਹਿਬ ਜੀ ਪਰਮੇਸ਼ਰ ਦਾ ਸਵਰੂਪ ਹਨ। ਪਰਮੇਸ਼ਰ ਨੇ ਆਪ ਹੀ ਗੁਰੂ ਨਾਨਕ ਦਾ ਸਵਰੂਪ ਧਾਰ ਕੇ ਤੇ ਆਪਣੇ ਅਲੱਖ ਸਵਰੂਪ ਨੂੰ ਸੰਸਾਰ ਦੇ ਲੋਕਾਂ ਦੇ ਤਾਈਂ ਜਣਾਇਆ ਹੈ। ਸਾਧ ਸੰਗਤ ਸੱਚਖੰਡ ਵਿੱਚ, ਭਗਤ ਵਸ਼ਲ ਹੋਏ ਅਛਲ ਛਲਾਇਆ। ਗੁਰੂ ਨਾਨਕ ਸਾਹਿਬ ਨੇ ਆ ਕੇ ਸਾਧ ਸੰਗਤ ਰੂਪੀ ਸੱਚਖੰਡ ਕਾਇਮ ਕੀਤਾ ਤੇ ਸਾਧ ਸੰਗਤ ਦੇ ਸੱਚਖੰਡ ਦੇ ਵਿੱਚ ਅਛਲ ਪਰਮਾਤਮਾ ਉਹ ਭਗਤ ਵਸ਼ਲ ਹੈ ਤੇ ਉਹਨੇ ਗੁਰਮੁਖਾਂ ਦੇ ਪ੍ਰੇਮ ਕਰਕੇ ਆਪਣਾ ਆਪ ਛਲਾ ਲਿਆ ਹੈ। ਚਾਰ ਵਰਨ ਇੱਕ ਵਰਨ ਹੋਏ, ਆਦਿ ਪੁਰਖ ਆਦੇਸ਼ ਕਰਾਇਆ। ਗੁਰੂ ਨਾਨਕ ਸਾਹਿਬ ਦੀ ਕਿਰਪਾ ਦੇ ਨਾਲ ਚਾਰੇ ਵਰਨ ਇੱਕ ਵਰਨ ਹੋ ਗਏ। ਬ੍ਰਾਹਮਣ ਖੱਤਰੀ ਵੈਸ਼ ਸ਼ੂਦਰ ਇਹ ਵੰਡੀਆਂ ਪਾ ਕੇ ਬੈਠੇ ਸੀ, ਮਹਾਰਾਜ ਨੇ ਇੱਕ ਕਰ ਦਿੱਤਾ, ਸਿੱਖ ਬਣਾ ਦਿੱਤਾ। ਗੁਰਸਿੱਖ ਗੁਰਸਿੱਖ ਹੈ। ਗੁਰਸਿੱਖ ਦੀ ਨਾ ਕੋਈ ਜਾਤ ਨਾ ਕੋਈ ਪਾਤ, ਨਾ ਕੋਈ ਗੁਰਸਿੱਖਾਂ ਵਿੱਚੋਂ ਉੱਚਾ ਤੇ ਨਾ ਕੋਈ ਨੀਵਾਂ। ਹਾਂ, ਉੱਚਾ ਗੁਣਾ ਕਰਕੇ ਹੈ, ਔਗਣਾ ਵਾਲਾ ਨੀਵਾਂ ਹੈ। ਸੋ ਜਿਹਨੇ ਕਮਾਈ ਕੀਤੀ, ਸਾਧਨਾ ਕੀਤੀ, ਉਹੀ ਉੱਚਾ ਹੈ। ਜਾਤ ਪਾਤ ਕਰਕੇ ਕੋਈ, ਵਰਨ ਵੰਡ ਕਰਕੇ ਕੋਈ ਉੱਚਾ ਨੀਵਾਂ ਨਹੀਂ। ਗੁਰੂ ਨਾਨਕ ਸਾਹਿਬ ਨੇ ਚਾਰੇ ਵਰਨਾਂ ਨੂੰ ਇੱਕ ਕਰ ਦਿੱਤਾ, ਆਦਿ ਪੁਰਖ ਆਦੇਸ਼ ਕਰਾਇਆ। ਆਪ ਆਦਿ ਪੁਰਖ ਪਰਮਾਤਮਾ ਨੂੰ ਨਮਸਕਾਰ ਕੀਤੀ ਤੇ ਜਿਨ੍ਹਾਂ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੀ ਸਿੱਖੀ ਧਾਰਨ ਕੀਤੀ, ਸਤਿਗੁਰੂ ਨੇ ਉਹਨਾਂ ਨੂੰ ਆਦਿ ਪੁਰਖ ਦੇ ਤਾਈਂ ਨਮਸਕਾਰ ਕਰਵਾਈ ਹੈ।
ਵੀ ਤੁਸੀਂ ਆਦਿ ਪੁਰਖ ਨੂੰ ਨਮਸਕਾਰ ਕਰੋ। ਸਿੱਧਾਂ ਦੇ ਨਾਲ ਚਰਚਾ ਹੋਈ, ਉਹਨਾਂ ਨੂੰ ਵੀ ਕਿਹਾ ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵਿਸ। ਉਸੇ ਨੂੰ ਨਮਸਕਾਰ ਹੈ, ਰੱਬ ਨੂੰ ਨਮਸਕਾਰ ਕਰਵਾਈ ਮਹਾਰਾਜ ਨੇ। ਧਿਆਨ ਮੂਲ ਦਰਸ਼ਨ ਗੁਰੂ ਛਿਆ ਦਰਸ਼ਨ ਦਰਸ਼ਨ ਵਿੱਚ ਆਇਆ। ਕਈ ਲੋਕ ਧਿਆਨ ਲਾਉਂਦੇ ਹੈ, ਧਿਆਨ ਦਾ ਮੁੱਢ ਜਿਹੜਾ ਨਾ ਉਹ ਸਤਿਗੁਰੂ ਦੇ ਦਰਸ਼ਨ ਹਨ। ਧਿਆਨ ਦਾ ਮੂਲ, ਧਿਆਨ ਦਾ ਮੁੱਢ ਸਤਿਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਹਨ। ਛੇ ਦਰਸ਼ਨ ਦਰਸ਼ਨ ਵਿੱਚ ਆਇਆ। ਅਤੇ ਜਿਹੜੇ ਛੇ ਮੱਤ ਹਨ ਉਹ ਗੁਰੂ ਦੇ ਦਰਸ਼ਨ ਵਿੱਚ ਹੀ ਆ ਜਾਂਦੇ। ਛੇ ਦਰਸ਼ਨ ਦਾ ਅਰਥ ਛੇ ਮੱਤ, ਵੱਖ ਵੱਖ ਛੇ ਧਰਮ, ਉਹਨਾਂ ਦੇ ਵੱਖੋ ਵੱਖਰੇ ਅਸੂਲ ਸਨ, ਅੱਜ ਵੀ ਹਨ। ਇੱਕ ਦਾ ਮਤ ਦੂਜੇ ਦੇ ਨਾਲ ਨਹੀਂ ਮਿਲਦਾ। ਭਾਈ ਗੁਰਦਾਸ ਜੀ ਕਹਿੰਦੇ ਇਹ ਛੇ ਮੱਤ ਨੂੰ ਧਾਰਨ ਦੀ ਲੋੜ ਨਹੀਂ, ਛੇ ਦਰਸ਼ਨਾਂ ਵਾਲਿਆਂ ਦੇ ਕੋਲ ਜਾਣ ਦੀ ਤੈਨੂੰ ਲੋੜ ਨਹੀਂ। ਤੂੰ ਗੁਰੂ ਦਾ ਦਰਸ਼ਨ ਕਰ, ਸਾਰਾ ਕੁਝ ਇਹਦੇ ਵਿੱਚ ਹੀ ਆ ਜਾਣਾ ਹੈ, ਤੈਨੂੰ ਕਿਸੇ ਵੱਖਰੇ ਥਾਂ 'ਤੇ ਨਹੀਂ ਜਾਣ ਦੀ ਲੋੜ। ਆਪੇ ਆਪ ਨਾ ਆਪ ਜਣਾਇਆ। ਆਪੇ ਆਪ, ਅਤੇ ਵਾਹਿਗੁਰੂ ਨੇ ਆਪਣਾ ਆਪ ਹੀ ਧਾਰਨ ਕੀਤਾ ਅਤੇ ਫਿਰ ਕਿਸੇ ਨੂੰ ਆਪਣਾ ਆਪ ਜਣਾਇਆ ਨਹੀਂ। ਆਪਣਾ ਆਪ ਹੀ ਸਾਰੇ ਹੋਏ, ਫਿਰ ਆਪਣਾ ਆਪ ਨਹੀਂ ਜਣਾਇਆ। ਗੁਰੂ ਨਾਨਕ ਸਾਹਿਬ ਨੇ ਕਿਤੇ ਕਿਹਾ ਵੀ ਮੈਂ ਰੱਬ ਹਾਂ, ਦਾਸ ਕਹਿੰਦੇ ਰਹੇ, ਸੇਵਕ ਕਹਿੰਦੇ ਰਹੇ। ਪਰਮਾਤਮਾ ਦਾ ਸਵਰੂਪ ਨੇ, ਆਪ ਪਰਮੇਸ਼ਰ ਆਇਆ, ਪਰ ਜਣਾਇਆ ਨਹੀਂ, ਦੱਸਿਆ ਨਹੀਂ। ਐਸੀ ਸਤਿਗੁਰੂ ਦੇ ਵਿੱਚ ਨਿਮਰਤਾ ਰਹੀ। ਕਹਿੰਦੇ ਪਰਮਾਤਮਾ ਨੇ ਆਪਣਾ ਸਵਰੂਪ ਪੈਦਾ ਤਾਂ ਕੀਤਾ, ਪਰ ਉਸ ਨੇ ਜਣਾਇਆ ਨਹੀਂ ਹੈ। ਅਗਲੀ 19ਵੀਂ ਪੌੜੀ ਵਿੱਚ ਭਾਈ ਗੁਰਦਾਸ ਜੀ ਸਾਨੂੰ ਦੱਸਦੇ ਹੈ ਕਿ ਜਿਹੜੇ ਗੁਰੂ ਦੀ ਸ਼ਰਨ ਦੇ ਵਿੱਚ ਆਉਂਦੇ ਹੈ ਨਾ ਗੁਰਸਿੱਖ ਪਿਆਰੇ, ਉਹਨਾਂ ਨੂੰ ਗੁਰੂ ਦੇ ਪਾਸੋਂ ਬਹੁਤ ਬਖਸ਼ਿਸ਼ਾਂ ਵਡਿਆਈਆਂ ਮਿਲਦੀਆਂ ਹਨ। ਚਰਨ ਕਵਲ ਸ਼ਰਣਾਗਤੀ ਸਾਧ ਸੰਗਤ ਮਿਲ ਗੁਰ ਸਿੱਖ ਆਏ। ਗੁਰੂ ਦੇ ਸਿੱਖ ਸਾਧ ਸੰਗਤ ਦੇ ਨਾਲ ਮਿਲ ਕੇ ਗੁਰੂ ਸਾਹਿਬ ਦੇ ਚਰਨਾਂ ਕਵਲਾਂ ਦੀ ਸ਼ਰਨ ਲੈਣ ਆਏ ਹੈ। ਗੁਰਸਿੱਖ ਗੁਰੂ ਦੀ ਸ਼ਰਨ ਲੈਣ ਆਉਂਦੇ ਹੈ, ਇੱਥੇ ਮਹਾਰਾਜ ਦੀ ਹਜ਼ੂਰੀ ਵਿੱਚ ਆਉਂਦੇ ਹੈ, ਸਤਿਗੁਰੂ ਦੀ ਚਰਨ ਸ਼ਰਨ ਵਿੱਚ। ਅੰਮ੍ਰਿਤ ਦਿਸ਼ਟ ਨਿਹਾਲ ਕਰ ਦਿਵ ਦ੍ਰਿਸ਼ਟ ਦੇ ਪੈਰੀ ਪਾਏ। ਅਤੇ ਜਦੋਂ ਗੁਰਸਿੱਖ ਗੁਰੂ ਦੀ ਚਰਨ ਸ਼ਰਨ ਵਿੱਚ ਆ ਜਾਂਦੇ ਹੈ, ਸਾਧ ਸੰਗਤ ਦੇ ਵਿੱਚ ਮਿਲ ਬੈਠਦੇ ਹੈ, ਫਿਰ ਗੁਰੂ ਕੀ ਕਰਦਾ ਹੈ? ਅੰਮ੍ਰਿਤ ਦਿਸ਼ਟ ਨਿਹਾਲ ਕਰ। ਗੁਰੂ ਸਾਹਿਬ ਜੀ ਆਪਣੀ ਅੰਮ੍ਰਿਤ ਦ੍ਰਿਸ਼ਟੀ ਦੇ ਨਾਲ ਨਿਹਾਲ ਕਰ ਦਿੰਦੇ ਗੁਰਸਿੱਖ ਨੂੰ। ਸਤਿਗੁਰੂ ਦੀ ਇੱਕ ਮਿਹਰ ਦੀ ਨਜ਼ਰ ਸਾਰੇ ਦੁੱਖਾਂ ਕਲੇਸ਼ਾਂ ਨੂੰ ਦੂਰ ਕਰ ਦਿੰਦੀ ਹੈ। ਪਰ ਅਸੀਂ ਗੁਰਸਿੱਖ ਬਣੀਏ, ਸੱਚੇ ਮਨੋਂ ਗੁਰੂ ਦੀ ਸ਼ਰਨ ਗ੍ਰਹਿਣ ਕਰੀਏ, ਤਦ ਹੀ ਇਹ ਗੁਰੂ ਦੀਆਂ ਬਰਕਤਾਂ ਮਿਲਦੀਆਂ ਨੇ। ਜੇ ਸਾਡੇ ਮਨ ਦੇ ਵਿੱਚ ਭਰਮ ਦੇ ਫੋਲੇ ਨੇ, ਭਰਮ ਭੁਲੇਖੇ ਨੇ, ਸ਼ੰਕਾ ਹੈ, ਗੁਰੂ ਤਾਂ ਅੰਤਰਜਾਮੀ ਜਾਣਦਾ ਹੈ ਨਾ ਵੀ ਇਹ ਕਿਸ ਭਾਵਨਾ ਦੇ ਨਾਲ ਆਇਆ ਹੈ, ਇਹਦੇ ਅੰਦਰ ਕਿੰਨਾ ਕੁ ਪਿਆਰ ਹੈ। ਇਹ ਬੰਦਾ ਤਾਂ ਸਿਰਫ ਸੰਸਾਰੀ ਲੋੜਾਂ ਚਾਹੁੰਦਾ ਹੈ, ਇਹ ਸਵਾਰਥ ਲਈ ਆ ਰਿਹਾ ਹੈ। ਕਿਰਪਾ ਤਾਂ ਸਤਿਗੁਰੂ ਸੰਸਾਰੀ ਲੋੜਾਂ ਵੀ ਪੂਰੀਆਂ ਕਰਦੇ, ਸਰੀਰ ਦੇ ਰੋਗ ਵੀ ਦੂਰ ਕਰਦੇ, ਪਰ ਅਸਲ ਵਿੱਚ ਜੋ ਬੰਦਾ ਸਭ ਤੋਂ ਵੱਡਾ ਰੋਗੀ ਮਨ ਕਰਕੇ ਹੈ ਨਾ, ਹਉਮੈ ਦਾ ਰੋਗ, ਉਹਨੂੰ ਮਹਾਰਾਜ ਨਿਵਰਤ ਕਰਦੇ ਹੈ। ਸਾਰੇ ਤਨ ਦੇ ਵੀ ਮਨ ਦੇ ਵੀ ਆਦਿ ਵਿਆਧੀ ਉਪਾਧੀ ਸਾਰੇ ਦੁੱਖਾਂ ਕਲੇਸ਼ਾਂ ਨੂੰ ਸਤਿਗੁਰੂ ਦੂਰ ਕਰਦੇ ਹੈ। ਭਾਈ ਗੁਰਦਾਸ ਜੀ ਕਹਿੰਦੇ ਗੁਰਸਿੱਖ ਜਦੋਂ ਸਾਧ ਸੰਗਤ ਵਿੱਚ ਆ ਜਾਂਦਾ ਹੈ, ਮਹਾਰਾਜ ਅੰਮ੍ਰਿਤ ਦ੍ਰਿਸ਼ਟੀ ਦੇ ਨਾਲ ਉਸ ਸਿੱਖ ਨੂੰ ਨਿਹਾਲ ਕਰ ਦਿੰਦੇ ਹੈ। ਦਿਵ ਦ੍ਰਿਸ਼ਟ ਦੇ ਪੈਰੀ ਪਾਏ, ਅਤੇ ਮਹਾਰਾਜ ਆਪਣੇ ਚਰਨੀ ਪਾ ਕੇ ਉਸ ਗੁਰਸਿੱਖ ਨੂੰ ਦਿਵ ਦ੍ਰਿਸ਼ਟੀ, ਦਿਵ ਦ੍ਰਿਸ਼ਟੀ ਕਹਿੰਦੇ ਜਿਹੜੀ ਦੂਰ ਤੱਕ ਵੇਖਣ ਵਾਲੀ ਨਜ਼ਰ ਹੈ,
ਐਸੀ ਨਜ਼ਰ ਦੇ ਦਿੰਦੇ ਹੈ ਮਹਾਰਾਜ, ਦਿਵ ਦ੍ਰਿਸ਼ਟੀ। ਫਿਰ ਸਿੱਖ ਨਾ ਬਹੁਤ ਦੂਰ ਤੱਕ ਸੋਚ ਕੇ ਚੱਲਦਾ ਹੈ। ਕੋਈ ਕੰਮ ਵੀ ਕਰਨਾ ਹੁੰਦਾ ਉਹ ਸੋਚਦਾ ਪਹਿਲਾਂ ਵੀ ਇਹਦਾ ਨਤੀਜਾ ਕੀ ਨਿਕਲੇਗਾ, ਫਲ ਕੀ ਹੋਵੇਗਾ ਇਹਦਾ, ਕਿਉਂਕਿ ਦੀਰਘ ਦ੍ਰਿਸ਼ਟੀ ਵਾਲਾ ਜਿਹੜਾ ਨਾ ਉਹ ਸਫਲਤਾ ਨੂੰ ਪ੍ਰਾਪਤ ਕਰਦਾ ਹੈ। ਅਤੇ ਜਿਹੜੇ ਦੀਰਘ ਦ੍ਰਿਸ਼ਟੀ ਨੂੰ ਨਹੀਂ ਧਾਰਨ ਕਰਦੇ ਉਹ ਫਿਰ ਅੱਗੇ ਜਾ ਕੇ ਧੋਖਾ ਖਾਂਦੇ ਹੈ। ਧੋਖਾ ਉਹਨਾਂ ਨੂੰ ਮਿਲਦਾ ਹੈ। ਗੁਰੂ ਆਪਣੇ ਚਰਨੀ ਪਾ ਕੇ ਅਤੇ ਗਿਆਨ ਦ੍ਰਿਸ਼ਟੀ ਦਿੰਦਾ ਹੈ। ਚਰਨ ਰੇਣ ਮਸਤਕ ਤਿਲਕ, ਭਰਮ ਕਰਮ ਦਾ ਲੇਖ ਮਿਟਾਏ। ਸਤਿਗੁਰੂ ਦੇ ਚਰਨਾਂ ਦੀ ਧੂੜ ਗੁਰਸਿੱਖ ਦੇ ਮਸਤਕ ਦਾ ਤਿਲਕ ਬਣ ਕੇ ਭਰਮਾਂ ਕਰਮਾਂ ਦੇ ਸਾਰੇ ਹੀ ਲੇਖ ਮਿਟ ਦਿੰਦੀ ਹੈ। ਮਹਾਰਾਜ ਦੀ ਚਰਨ ਧੂੜੀ, ਸਤਿਗੁਰੂ ਦੇ ਚਰਨਾਂ ਦੀ ਧੂੜੀ ਦੇ ਵਿੱਚ ਇੰਨੀ ਸਮਰੱਥਾ ਹੈ ਵੀ ਇਹ ਚਰਨ ਧੂੜੀ ਹੀ ਗੁਰਸਿੱਖ ਦੇ ਮਸਤਕ ਦਾ ਤਿਲਕ ਹੈ। ਅਤੇ ਇਹ ਚਰਨ ਧੂੜੀ ਹਿਰਦੇ ਦੇ ਵਿੱਚੋਂ ਕਰਮ ਭਰਮ ਸਾਰੇ ਹੀ ਦੂਰ ਕਰ ਦਿੰਦੀ ਹੈ। ਸਿੱਖ ਦੇ ਉੱਤੇ ਐਸੀ ਕਿਰਪਾ ਕਰਦੇ ਹੈ ਮਹਾਰਾਜ, ਤਜ ਭਰਮ ਕਰਮ ਬਿਧ ਨਿਖੇਦ, ਰਾਮ ਨਾਮ ਲੇਹੀ। ਅਤੇ ਫਿਰ ਉਹ ਗੁਰਸਿੱਖ ਵਾਹਿਗੁਰੂ ਦਾ ਨਾਮ ਜਪਦਾ ਹੋਇਆ ਮੁਕਤ ਹੁੰਦਾ ਹੈ। ਚਰਨ ਓਦਕ ਲੈ ਆਚਮਨ, ਹਉਮੈ ਦੁਬਿਧਾ ਰੋਗ ਗਵਾਏ। ਗੁਰਸਿੱਖ ਸਤਿਗੁਰੂ ਦੇ ਚਰਨਾਂ ਦਾ ਅੰਮ੍ਰਿਤ ਪ੍ਰਾਪਤ ਕਰਦਾ ਹੈ, ਸਤਿਗੁਰੂ ਦੇ ਚਰਨਾਂ ਦਾ ਅੰਮ੍ਰਿਤ ਪੀਂਦਾ ਹੈ। ਹਉਮੈ ਦੁਬਿਧਾ ਰੋਗ ਗਵਾਏ। ਅਤੇ ਸਤਿਗੁਰੂ ਦੇ ਚਰਨਾਂ ਦਾ ਅੰਮ੍ਰਿਤ ਹਉਮੈ ਅਤੇ ਦੁਬਿਧਾ ਦੇ ਰੋਗ ਨੂੰ ਦੂਰ ਕਰ ਦਿੰਦਾ ਹੈ। ਉਹਦਾ ਹਉਮੈ ਅਤੇ ਦੁਬਿਧਾ ਦਾ ਰੋਗ ਦੂਰ ਹੋ ਜਾਂਦਾ ਹੈ ਔਰ ਉਹ ਗੁਰਸਿੱਖ ਆਪਣੇ ਜੀਵਨ ਨੂੰ ਸਫਲ ਬਣਾ ਲੈਂਦਾ ਹੈ। ਅੰਮ੍ਰਿਤ ਸੰਚਾਰ ਜਦੋਂ ਨਹੀਂ ਸੀ ਹੋਇਆ, ਅੰਮ੍ਰਿਤ ਸੰਚਾਰ ਤੱਕ ਮਹਾਰਾਜ ਚਰਨਾਂ ਦਾ ਅੰਮ੍ਰਿਤ ਬਖਸ਼ਿਆ ਕਰਦੇ ਸਨ ਗੁਰਸਿੱਖ ਨੂੰ। ਸਤਿਗੁਰੂ ਆਪਣੇ ਪਵਿੱਤਰ ਚਰਨਾਂ ਦਾ ਅੰਗੂਠਾ ਜਲ ਨੂੰ ਛੁਹਾ ਦਿੰਦੇ ਸੀ। ਗੁਰਸਿੱਖ ਪਾਨ ਕਰਦੇ ਸਨ। ਮਹਾਰਾਜ ਸਿੱਖਿਆ ਦਿੰਦੇ ਸੀ, ਗੁਰਸਿੱਖੀ ਨੂੰ ਧਾਰਨ ਕਰਦੇ ਸੀ। ਅਤੇ ਕਲਗੀਧਰ ਸਤਿਗੁਰੂ ਮਹਾਰਾਜ ਜੀ ਨੇ ਆਉਣ ਵਾਲੇ ਸਮੇਂ ਨੂੰ ਵੇਖ ਕੇ ਵੀ ਹੁਣ ਸਰੀਰ ਰੂਪ ਵਿੱਚ ਗੁਰੂ ਨਹੀਂ, ਸ਼ਬਦ ਰੂਪ ਵਿੱਚ ਗੁਰੂ ਹੋਣਗੇ, ਇਸ ਲਈ ਖੰਡੇ ਬਾਟੇ ਦਾ ਅੰਮ੍ਰਿਤ ਬਖਸ਼ਿਆ। ਅੱਜ ਗੁਰਸਿੱਖ ਪੰਜ ਪਿਆਰਿਆਂ ਦੇ ਪਾਸੋਂ ਖੰਡੇ ਬਾਟੇ ਦਾ ਅੰਮ੍ਰਿਤ ਛਕਦੇ ਹੈ, ਗੁਰਸਿੱਖੀ ਧਾਰਨ ਕਰਦੇ ਹੈ। ਇੱਦਾਂ ਸਤਿਗੁਰੂ ਦੀ ਚਰਨ ਸ਼ਰਨ ਵਿੱਚ ਆਉਂਦੇ ਹੈ। ਸੋ ਭਾਈ ਗੁਰਦਾਸ ਸਾਹਿਬ ਨੇ ਜਦੋਂ ਇਹ ਵਾਰਾਂ ਲਿਖੀਆਂ ਉਦੋਂ ਚਰਨਾ ਅੰਮ੍ਰਿਤ ਸੀ, ਚਰਨਾਂ ਦਾ ਅੰਮ੍ਰਿਤ। ਉਹ ਬਚਨ ਲਿਖਦੇ ਹੈ ਕਿ ਗੁਰੂ ਦੇ ਚਰਨਾਂ ਦਾ ਅੰਮ੍ਰਿਤ ਸਿੱਖ ਪੀ ਕਰਕੇ ਹਉਮੈ ਅਤੇ ਦੁਬਿਧਾ ਦੇ ਰੋਗ ਨੂੰ ਦੂਰ ਕਰ ਲੈਂਦੇ ਹੈ। ਪੈਰੀ ਪੈ ਭਾ ਖਾਕ ਹੋਏ, ਜੀਵਨ ਮੁਕਤ ਸਹਿਜ ਘਰ ਆਏ। ਗੁਰੂ ਦੇ ਪੈਰੀਂ ਪੈ ਕੇ ਗੁਰਸਿੱਖ ਗੁਰੂ ਦੇ ਚਰਨਾਂ ਦੀ ਧੂੜ ਬਣ ਜਾਂਦੇ ਹੈ ਔਰ ਗੁਰ ਚਰਨਾਂ ਦੀ ਧੂੜ ਬਣ ਕੇ ਜੀਵਨ ਮੁਕਤ ਸਹਿਜ ਘਰ ਆਏ। ਜੀਵਨ ਮੁਕਤੀ ਦੇ ਸਹਿਜ ਘਰ ਦੇ ਵਿੱਚ, ਆਨੰਦ ਦੇ ਵਿੱਚ ਆ ਜਾਂਦੇ ਹੈ। ਆਨੰਦ ਵਿੱਚ ਸਦਾ ਲਈ ਗੁਰਸਿੱਖ ਟਿਕ ਜਾਂਦੇ ਹਨ। ਚਰਨ ਕਵਲ ਵਿੱਚ ਭਵਰ ਹੋਏ, ਸੁਖ ਸੰਪਟ ਮਕਰੰਦ ਲੁਭਾਏ। ਅਤੇ ਸਤਿਗੁਰੂ ਦੇ ਚਰਨ ਕੌਲ ਫੁੱਲ ਦੀ ਨਿਆਈ ਹਨ। ਮਹਾਰਾਜ ਦੇ ਚਰਨਾਂ ਕਮਲਾਂ ਦੇ ਵਿੱਚ ਭੌਰੇ ਬਣ ਕੇ ਆਨੰਦ ਮਾਣਦੇ ਹੈ। ਜਿਵੇਂ ਭੌਰਾ ਦੂਰੋਂ ਚੱਲ ਕੇ ਆਉਂਦਾ ਹੈ ਅਤੇ ਕੌਲ ਫੁੱਲ ਦੇ ਉੱਤੇ ਮੰਡਰਾਉਂਦਾ ਹੈ, ਸੁਗੰਧੀ ਲੈਂਦਾ ਹੈ, ਮਕਰੰਦ ਰਸ ਪ੍ਰਾਪਤ ਕਰਦਾ ਹੈ ਅਤੇ ਉਸ ਫੁੱਲ ਦੇ ਵਿੱਚ ਸਮਾ ਜਾਂਦਾ ਹੈ। ਇਸੇ ਤਰ੍ਹਾਂ ਜਿਹੜੇ ਗੁਰਸਿੱਖ ਹਨ ਸਤਿਗੁਰੂ ਦੇ ਚਰਨਾਂ ਕਮਲਾਂ ਦੇ ਵਿੱਚ ਭੌਰੇ ਬਣ ਕੇ ਸਮਾ ਜਾਂਦੇ ਹੈ। ਸੁਖ ਸੰਪਟ ਮਕਰੰਦ ਲੁਭਾਏ ਔਰ ਗੁਰੂ ਸਾਹਿਬ ਦੇ ਚਰਨਾਂ ਕਮਲਾਂ ਦੇ ਉੱਤੇ ਭਰਮਣ ਕਰਦੇ ਹੈ, ਮਹਾਰਾਜ ਦੇ ਚਰਨਾਂ ਨੂੰ ਨਮਸਕਾਰ ਕਰਦੇ ਹੈ ਔਰ ਮਕਰੰਦ ਰਸ ਰੂਪੀ ਪ੍ਰੇਮ ਰਸ ਦੇ ਸੁੱਖਾਂ ਦੇ ਡੱਬੇ ਵਿੱਚ ਉਹ ਸਮਾ ਜਾਂਦੇ ਹੈ, ਉਹਦੇ ਵਿੱਚ ਲੁਭਾਏਮਾਨ ਹੁੰਦੇ। ਜਿਵੇਂ ਭੌਰਾ ਕੌਲ ਫੁੱਲ ਵਿੱਚ ਬੰਦ ਹੋ ਜਾਂਦਾ, ਉਹਦੇ ਵਿੱਚ ਸਮਾਉਂਦਾ ਹੈ,
ਗੁਰਸਿੱਖ ਮਹਾਰਾਜ ਦੇ ਚਰਨਾਂ ਕਮਲਾਂ ਦੇ ਵਿੱਚ ਜੋ ਸੁੱਖਾਂ ਦਾ ਡੱਬਾ ਹੈ, ਸੁੱਖਾਂ ਦਾ ਸੰਪਟ ਹੈ, ਉਹਦੇ ਵਿੱਚ ਸਦਾ ਲੁਭਾਇਮਾਨ ਰਹਿੰਦਾ ਵੀ ਮੈਂ ਚਰਨਾਂ ਦੀ ਸ਼ਰਨ ਵਿੱਚ ਹੀ ਰਹਾਂ। ਬਾਬਾ ਕਬੀਰ ਸਾਹਿਬ ਜੀ, ਕਬੀਰ ਚਰਨ ਕਮਲ ਕੀ ਮੌਜ ਕਉ, ਕਹਿ ਕੈਸੇ ਉਨਮਾਨ, ਕਹਿਬੇ ਕਉ ਸੋਭਾ ਨਹੀਂ ਦੇਖਾ ਹੀ ਪਰਵਾਨ। ਤੋ ਚਰਨਾਂ ਦੀ ਮੌਜ, ਚਰਨਾਂ ਦੇ ਵਿੱਚ ਰਹਿਣ ਦਾ ਆਨੰਦ ਵੱਖਰਾ ਹੈ। ਗੁਰਸਿੱਖ ਸਦਾ ਹੀ ਲੁਭਾਇਮਾਨ ਹੁੰਦਾ ਹੈ। ਪੂਜ ਮੂਲ ਸਤਿਗੁਰ ਚਰਨ, ਦੁਤੀਆ ਨਾਸਤ ਲਵੈ ਨਾ ਲਾਏ। ਪੂਜਾ ਦਾ ਮੁੱਢ ਕੀ ਹੈ? ਸਤਿਗੁਰੂ ਦੇ ਚਰਨ। ਜਿਨ੍ਹੇ ਗੁਰੂ ਦੇ ਚਰਨ ਫੜ ਲਏ, ਜਿਹੜਾ ਗੁਰੂ ਦੇ ਚਰਨਾਂ ਦੇ ਵਿੱਚ ਆ ਡਿੱਗਾ, ਮਹਾਰਾਜ ਕਹਿੰਦੇ ਉਹਨੇ ਸਾਰੀਆਂ ਹੀ ਪੂਜਾ ਕਰ ਲਈਆਂ, ਉਹਨੂੰ ਵੱਖਰੀ ਪੂਜਾ ਕਰਨ ਦੀ ਲੋੜ ਹੀ ਨਹੀਂ ਪੈਂਦੀ। ਸੋ ਪੂਜਾ ਦਾ ਮੂਲ, ਪੂਜਾ ਦਾ ਮੁੱਢ ਸਤਿਗੁਰੂ ਜੀ ਦੇ ਚਰਨ ਹਨ। ਅਤੇ ਜਿਨ੍ਹਾਂ ਨੇ ਗੁਰੂ ਦੇ ਚਰਨਾਂ ਦੀ ਸੇਵਾ ਕੀਤੀ ਹੈ, ਦੁਤੀਆ ਨਾਸਤ, ਉਹਨਾਂ ਦੇ ਅੰਦਰੋਂ ਦੁਐਤ ਨਾਸ਼ ਹੋ ਗਈ, ਦੂਜੇ ਦਾ ਭੈ ਡਰ ਖਤਮ ਹੋ ਗਿਆ। ਲਵੈ ਨਾ ਲਾਏ, ਅਤੇ ਉਹ ਹੋਰ ਕਿਸੇ ਨੂੰ ਗੁਰੂ ਦੇ ਬਰਾਬਰ ਨਹੀਂ ਸਮਝਦਾ। ਉਹ ਸਮਝਦਾ ਹੈ ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਮੇਰਾ ਗੁਰੂ ਨਾਨਕ ਸਭ ਤੋਂ ਵੱਡਾ ਹੈ, ਮੈਨੂੰ ਹੋਰ ਥਾਂ 'ਤੇ ਜਾਣ ਦੀ ਲੋੜ ਹੀ ਨਹੀਂ। ਇਸ ਤਰ੍ਹਾਂ ਉਹ ਭਰਮ ਵਿੱਚ ਨਹੀਂ ਪੈਂਦਾ। ਗੁਰਮੁਖ ਸੁਖ ਫਲ ਗੁਰ ਸਰਣਾਏ। ਗੁਰਮੁਖਾਂ ਨੂੰ ਗੁਰੂ ਸਾਹਿਬ ਦੀ ਸ਼ਰਨ ਆਉਣਾ ਹੀ ਸੁੱਖਾਂ ਰੂਪੀ ਫਲ ਦਿੰਦਾ ਹੈ। ਅਤੇ ਸਤਿਗੁਰੂ ਕਿਰਪਾ ਕਰਦੇ, ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹੋ ਬਿਰਧ ਸੁਆਮੀ ਸੰਦਾ। ਜੋ ਸ਼ਰਨ ਆਉਂਦਾ ਹੈ ਉਹਨੂੰ ਕੰਠ ਲਾ ਲੈਂਦੇ ਹੈ। ਗੁਰਾਂ ਦੇ ਚਰਨਾਂ ਦੀ ਸ਼ਰਨ ਹੀ ਗੁਰਸਿੱਖ ਦੇ ਵਾਸਤੇ ਸੁੱਖ ਫਲ ਹੈ, ਅਤੇ ਇਸ ਸੁੱਖ ਫਲ ਨੂੰ ਪ੍ਰਾਪਤ ਕਰਦੇ ਹੈ। 20ਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਜੀ ਨੇ ਗੁਰੂ ਦੀ ਵਿਸ਼ੇਸ਼ਤਾ ਦਾ ਵਰਣਨ ਕੀਤਾ ਹੈ ਵੀ ਸਤਿਗੁਰੂ ਮਹਾਰਾਜ ਜੀ ਦੇ ਬਰਾਬਰ ਸਦਰਸ਼ ਕੋਈ ਨਹੀਂ। ਦੁਨੀਆ ਦਾ ਗਿਆਨ, ਧਿਆਨ, ਪੂਜਾ ਪਾਠ ਸਾਰੇ ਇਕੱਠੇ ਕਰ ਲਵੋ, ਪਰ ਗੁਰੂ ਸਾਹਿਬ, ਗੁਰੂ ਦਾ ਇੱਕ ਬਚਨ ਅਮੋਲਕ ਹੈ, ਅਤੇ ਜਿਹੜੇ ਬਚਨ ਕਮਾਉਣ ਵਾਲੇ ਹੈ ਉਹ ਗੁਰੂ ਚਰਨਾਂ ਦੇ ਵਿੱਚ ਲੀਨ ਹੋ ਜਾਂਦੇ ਹੈ। ਸ਼ਾਸਤਰ ਸਿਮਰਤ ਵੇਦ ਲਖ, ਮਹਾਭਾਰਤ ਰਾਮਾਇਣ ਮੇਲੇ। ਭਾਈ ਗੁਰਦਾਸ ਜੀ ਕਹਿੰਦੇ ਲੱਖਾਂ ਹੀ ਸ਼ਾਸਤਰਾਂ ਦੇ ਪਾਠੀ, ਲੱਖਾਂ ਸਿਮਰਤੀਆਂ ਉਹਨਾਂ ਨੂੰ ਪੜ੍ਹਨ ਵਾਲੇ, ਵੇਦਾਂ, ਮਹਾਭਾਰਤ, ਰਾਮਾਇਣ ਦੇ ਪਾਠਕ ਇਹ ਲੱਖਾਂ ਹੀ ਹੋਣ। ਸਿਮਰਤੀਆਂ ਨੂੰ, ਸ਼ਾਸਤਰਾਂ ਨੂੰ, ਵੇਦਾਂ ਨੂੰ, ਮਹਾਭਾਰਤ ਦੀ ਕਥਾ ਅਤੇ ਰਾਮਾਇਣ ਨੂੰ ਪੜ੍ਹਨ ਵਾਲੇ ਲੱਖਾਂ ਹੀ ਲੋਕ ਇਕੱਠੇ ਕਰ ਲਵੋ। ਇਹਨਾਂ ਸਮੂਹ, ਇਹਨਾਂ ਪਾਠੀਆਂ ਦਾ, ਪੜ੍ਹਨ ਵਾਲਿਆਂ ਦਾ ਸਮੂਹ ਹੋਵੇ। ਸਾਰ ਗੀਤਾ ਲਖ ਭਾਗਵਤ, ਜੋਤਕ ਵੈਦ ਚਲੰਤੀ ਖੇਲੇ। ਇਸੇ ਤਰ੍ਹਾਂ ਗੀਤਾ ਦਾ ਸਾਰ ਜਾਣਨ ਵਾਲੇ ਲੱਖਾਂ ਲੋਕ, ਭਾਗਵਤ ਦੇ ਪਾਠੀ ਲੱਖਾਂ ਲੋਕ, ਅਤੇ ਜੋਤਿਸ਼ ਪਾਠੀ ਹੋਣ। ਇਸੇ ਤਰ੍ਹਾਂ ਵੈਦ, ਹਕੀਮ ਹੋਣ ਲੱਖਾਂ ਹੀ, ਹਕੀਮੀ ਦੀਆਂ, ਹਿਕਮਤ ਦੀਆਂ ਕਿਤਾਬਾਂ ਪੜ੍ਹਨ ਵਾਲੇ। ਚਲੰਤੀ ਖੇਲੇ, ਅਤੇ ਚਲੰਤੀ ਜਿਹੜੇ ਚਲਿੱਤਰ ਤਮਾਸ਼ੇ ਖੇਡਣ ਵਾਲੇ ਨੱਟ ਲੋਕ ਨੇ, ਤਮਾਸ਼ਾ ਕਰਨ ਵਾਲੇ, ਉਹ ਵੀ ਲੱਖਾਂ ਲੋਕ ਇਕੱਠੇ ਹੋਣ, ਇਹਨਾਂ ਦਾ ਵੀ ਸਮੂਹ ਇਕੱਠਾ ਹੋਵੇ। 14 ਵਿਦਿਆ ਸਾਂਗੀਤ, ਬ੍ਰਹਮੇ ਬਿਸ਼ਨ ਮਹੇਸ਼ਰ ਭੇਲੇ। ਇਸੇ ਤਰ੍ਹਾਂ 14 ਵਿਦਿਆ ਜਿਹੜੀਆਂ ਮੰਨੀਆਂ, ਉਹ ਉਸ ਵਿਦਿਆ ਨੂੰ ਜਾਣਨ ਵਾਲੇ। ਸਾਂਗੀਤ ਦਾ ਮਤਲਬ ਹੈ ਗਾਇਤਰੀ ਪਾਠ, ਜੋ ਸੰਧਿਆ ਕਾਲ ਪੜ੍ਹੀ ਜਾਂਦੀ ਹੈ, ਇਹਦੇ ਪਾਠੀ ਹੋਣ। ਜਾਂ ਫਿਰ ਸੰਗੀਤ ਨੂੰ ਜਾਣਨ ਵਾਲੇ, ਸੰਗੀਤ ਦੇ ਵੇਤਾ, ਉਹ ਲੋਕ ਹੋਣ। ਅਤੇ ਲੱਖਾਂ ਹੀ ਬ੍ਰਹਮਾ, ਵਿਸ਼ਨ ਅਤੇ ਸ਼ਿਵ, ਇਹਨਾਂ ਨੂੰ ਇੱਕ ਥਾਂ 'ਤੇ ਇਕੱਠਿਆਂ ਕਰ ਲਿਆ ਜਾਵੇ ਸਾਰਿਆਂ ਨੂੰ। ਸਨਕਾਦਿਕ ਲਖ ਨਾਰਦਾ, ਸੁਕ ਬਿਆਸ ਲਖ ਸੇਖ ਨਵੇਲੇ। ਲੱਖਾਂ ਸਨਕਾਦਿਕ ਰਿਸ਼ੀ, ਸਨਕ ਸਨੰਦਨ ਇਤਿਆਦਿਕ ਜਿਹੜੇ, ਇਹ
ਲੱਖਾਂ ਹੀ ਨਾਰਦ ਔਰ ਸੁਖਦੇਵ ਬਿਆਸ, ਲੱਖਾਂ ਹੀ ਸ਼ੇਸ਼ ਨਾਗ ਜਿਹੜੇ ਨਵੇਂ ਤੋਂ ਨਵੇਂ ਨਾਂ ਲੈਂਦੇ ਹੈ। ਗਿਆਨ ਧਿਆਨ ਸਿਮਰਨ ਘਣੇ, ਦਰਸ਼ਨ ਵਰਨ ਗੁਰੂ ਬਹੁ ਚੇਲੇ। ਲੱਖਾਂ ਹੀ ਗਿਆਨੀ ਹੋਣ, ਲੱਖਾਂ ਹੀ ਧਿਆਨੀ ਹੋਣ, ਲੱਖਾਂ ਹੀ ਸਿਮਰਨ ਕਰਨ ਵਾਲੇ ਜਿਹੜੇ ਹੈ ਉਹ ਹੋਣ, ਅਤੇ ਲੱਖਾਂ ਹੀ ਦਰਸ਼ਨ, ਲੱਖਾਂ ਹੀ ਮੱਤਾਂ ਦੇ ਲੋਕ ਉਹਨਾਂ ਮੱਤਾਂ ਨੂੰ ਮੰਨਣ ਵਾਲੇ ਹੋਣ, ਲੱਖਾਂ ਹੀ ਵਰਨਾਂ ਦੇ ਲੋਕ, ਗੁਰੂ ਬਹੁ ਚੇਲੇ, ਅਤੇ ਬਹੁਤੇ ਗੁਰੂ ਅਤੇ ਬਹੁਤੇ ਚੇਲੇ, ਇਹ ਸਾਰੇ ਇਕੱਠੇ ਕਰ ਲਓ ਇੱਕ ਥਾਂ 'ਤੇ। ਜਿੰਨੇ ਭਾਈ ਗੁਰਦਾਸ ਜੀ ਗਿਣੇ ਰਹਿ ਰਹੇ ਨਾ, ਕਹਿੰਦੇ ਸਾਰਿਆਂ ਨੂੰ ਇੱਕ ਥਾਂ 'ਤੇ ਇਕੱਠਿਆਂ ਕਰ ਲਵੋ। ਪੂਰਾ ਸਤਿਗੁਰ ਗੁਰਾਂ ਗੁਰ, ਮੰਤਰ ਮੂਲ ਗੁਰ ਬਚਨ ਸੁਹੇਲੇ। ਪਰ ਹੁਣ ਗੱਲ ਧਿਆਨ ਦੇਣ ਵਾਲੀ ਹੈ, ਭਾਈ ਗੁਰਦਾਸ ਨੇ ਜਿੰਨੇ ਉੱਤੇ ਗਿਣੇ ਨੇ ਨਾ, ਗਿਆਨੀ ਧਿਆਨੀ, ਦੇਵਤੇ ਕੀ, ਗਾਇਤਰੀ ਮੰਤਰ ਪੜ੍ਹਨ ਵਾਲੇ, ਵੇਦਾਂ ਦੇ ਪਾਠੀ, ਸਿਮਰਤੀਆਂ ਨੂੰ, ਮਹਾਂਭਾਰਤ ਭਾਗਵਤ ਦੀ ਕਥਾ ਨੂੰ ਕਰਨਹਾਰੇ ਜਾਣਨ ਵਾਲੇ, ਭਾਈ ਸਾਹਿਬ ਕਹਿੰਦੇ ਸਾਰਿਆਂ ਨੂੰ ਇਕੱਠਿਆਂ ਕਰ ਲਵੋ ਇੱਕ ਥਾਂ 'ਤੇ, ਪਰ ਪੂਰਾ ਸਤਿਗੁਰ ਗੁਰਾਂ ਗੁਰ, ਇਹ ਜਿੰਨੇ ਗਿਣੇ ਨੇ ਨਾ ਇਹ ਸਾਰੇ ਹੀ ਅਧੂਰੇ ਨੇ। ਪੂਰਾ ਸਤਿਗੁਰੂ ਗੁਰੂ ਨਾਨਕ ਦੇਵ ਹੀ ਗੁਰੂਆਂ ਦਾ ਗੁਰੂ ਹੈ। ਪੂਰੇ ਸਤਿਗੁਰੂ ਗੁਰੂ ਨਾਨਕ ਦੇਵ ਗੁਰੂਆਂ ਦੇ ਗੁਰੂ ਨੇ। ਜਿਹੜੇ ਦੁਨੀਆ ਵਿੱਚ ਗੁਰੂ ਕਹਾਉਂਦੇ ਆ ਉਹਨਾਂ ਦੇ ਵੀ ਗੁਰੂ ਕੌਣ ਨੇ? ਗੁਰੂ ਨਾਨਕ ਦੇਵ ਜੀ। ਇਸ ਲਈ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੂੰ ਆਪਾਂ ਨਮਸਕਾਰ ਕਰਨੀ ਹੈ, ਸਤਿਗੁਰੂ ਦੀ ਸ਼ਰਨ ਦੇ ਵਿੱਚ ਰਹਿਣਾ ਹੈ। ਬਾਕੀ ਤਾਂ ਅਧੂਰੇ ਨੇ, ਉਹ ਤਾਂ ਆਪ ਨਹੀਂ ਮੁਕਤ ਹੋ ਪਾਏ। ਆਪਾਂ ਜਦੋਂ ਨਿਤਨੇਮ ਕਰਦੇ ਹਾਂ ਨਾ, ਅਤੇ ਕਲਗੀਧਰ ਮਹਾਰਾਜ ਜੀ ਦੀ ਬਾਣੀ ਤਵੈ ਪ੍ਰਸਾਦ ਸਵਈਏ ਨਿਤਨੇਮ ਵਿੱਚ ਪੜ੍ਹਦੇ ਹਾਂ, ਅਤੇ ਮਹਾਰਾਜ ਨੇ ਜ਼ਿਕਰ ਕੀਤਾ ਹੈ ਵੀ ਬ੍ਰਹਮੇ ਵਰਗੇ, ਵਿਸ਼ਨੂੰ ਵਰਗੇ, ਸਚੀਪਤ ਇੰਦਰ ਵਰਗੇ ਅੰਤ ਫਸੇ ਜਮ ਫਾਸ ਪਰੇਂਗੇ। ਇਹ ਅੰਤ ਨੂੰ ਜਮਾਂ ਦੀਆਂ ਫਾਹੀਆਂ ਵਿੱਚ ਹੀ ਪੈਣਗੇ, ਤੁਹਾਨੂੰ ਨਹੀਂ ਇਹ ਮੁਕਤ ਕਰ ਸਕਦੇ। ਬਾਕੀ ਸਾਰੇ ਅਧੂਰੇ ਨੇ, ਅਤੇ ਪੂਰਾ ਸਤਿਗੁਰੂ ਗੁਰੂਆਂ ਦਾ ਗੁਰੂ ਹੈ ਧੰਨ ਗੁਰੂ ਨਾਨਕ ਦੇਵ ਜੀ। ਮੰਤਰ ਮੂਲ ਗੁਰ ਬਚਨ ਸੁਹੇਲੇ, ਅਤੇ ਗੁਰੂ ਸਾਹਿਬ ਦੇ ਬਚਨ ਜਿਹੜੇ ਹੈ ਬੜੇ ਸ਼ੋਭਨੀਕ ਹਨ, ਅਤੇ ਸਤਿਗੁਰਾਂ ਦਾ ਬਚਨ ਹੀ ਸਾਰੇ ਮੰਤਰਾਂ ਦਾ ਮੂਲ ਮੁੱਢ ਹੈ। ਗੁਰੂ ਦੀ ਬਾਣੀ ਹੀ ਮੰਤਰ ਰੂਪ ਹੈ, ਭਾਵ ਸਾਨੂੰ ਕਿਸੇ ਵੱਖਰੇ ਮੰਤਰ ਨੂੰ ਸਿਮਰਨ ਦੀ ਲੋੜ ਨਹੀਂ, ਕੋਈ ਕਿਸੇ ਵੱਖਰੇ ਮੰਤਰ ਦਾ ਜਪ ਕਰਨ ਦੀ ਲੋੜ ਨਹੀਂ। ਮਹਾਰਾਜ ਦੀ ਬਾਣੀ ਹੀ ਸਾਰਿਆਂ ਦਾ ਮੂਲ ਮੁੱਢ ਹੈ। ਅਤੇ ਸਤਿਗੁਰੂ ਨੇ ਆਰੰਭ ਦੇ ਵਿੱਚ ਮੂਲ ਮੰਤਰ ਦੀ ਦਾਤ ਬਖਸ਼ੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇਸ ਗੁਰਸਿੱਖਾਂ ਦਾ ਮੂਲ ਮੰਤਰ ਹੈ, ਔਰ ਸਾਨੂੰ ਵਾਰ-ਵਾਰ ਹਰ ਰੋਜ਼ ਮੂਲ ਮੰਤਰ ਦਾ ਅਭਿਆਸ ਕਰਦੇ ਰਹਿਣਾ ਚਾਹੀਦਾ ਹੈ। ਵਾਹਿਗੁਰੂ ਮੰਤਰ ਦਾ ਸਿਮਰਨ ਅਤੇ ਮੂਲ ਮੰਤਰ ਦਾ ਅਭਿਆਸ ਹਰ ਗੁਰਸਿੱਖ ਕਰੇ, ਹਰ ਰੋਜ਼ ਕਰੇ, ਜਿੰਨੀ ਵਾਰ ਹੋ ਸਕੇ ਉਨੀ ਵਾਰ ਕਰੇ। ਸੋ ਸਤਿਗੁਰੂ ਦੀ ਬਾਣੀ ਸਾਰਿਆਂ ਮੰਤਰਾਂ ਦਾ ਮੂਲ ਹੈ, ਕਿਸੇ ਵੱਖਰੇ ਮੰਤਰ ਦੀ ਜਪ ਦੀ ਲੋੜ ਨਹੀਂ। ਅਕਥ ਕਥਾ ਗੁਰ ਸ਼ਬਦ ਹੈ, ਨੇਤ ਨੇਤ ਨਮੋ ਨਮੋ ਕੇਲੇ। ਭਾਈ ਗੁਰਦਾਸ ਜੀ ਕਹਿੰਦੇ ਗੁਰੂ ਦੇ ਸ਼ਬਦ ਦੀ ਕਥਾ ਅਕਥ ਹੈ, ਇਹ ਕਥਨ ਵਿੱਚ ਨਹੀਂ ਆ ਸਕਦੀ, ਇਸ ਲਈ ਨੇਤ ਨੇਤ ਹੀ ਕਹਿਣਾ ਬਣਦਾ ਹੈ। ਨਮਸਕਾਰ ਕਰੀਏ ਸਤਿਗੁਰੂ ਨੂੰ, ਨਮੋ ਨਮੋ ਕੇਲੇ। ਨਮਸਕਾਰ ਹੈ, ਨਮਸਕਾਰ ਹੈ, ਗੁਰ ਸ਼ਬਦ ਨੂੰ ਨਮਸਕਾਰ ਹੈ। ਅਤੇ ਨਮਸਕਾਰ ਕਹਿਣ ਦੇ ਵਿੱਚ ਹੀ ਕੇਲੇ ਤੋਂ ਭਾਵ ਆਨੰਦ ਹੈ, ਸੁੱਖ ਹੈ। ਗੁਰੂ ਸਾਹਿਬ ਦੇ ਸ਼ਬਦ ਦੀ ਕਥਾ ਦਾ ਅੰਤ ਨਹੀਂ ਪਾਇਆ ਜਾ ਸਕਦਾ। ਗਿਆਨੀ ਸੰਤ ਸਿੰਘ ਜੀ ਮਸਕੀਨ ਉਹ ਕਥਾ ਦੱਸਿਆ ਕਰਦੇ ਸੀ, ਕਹਿੰਦੇ ਵੀ ਮੈਂ ਜਪਜੀ ਸਾਹਿਬ ਦਾ ਟੀਕਾ ਲਿਖਣਾ ਸ਼ੁਰੂ ਕੀਤਾ, ਅਰਥ ਲਿਖਣੇ ਸ਼ੁਰੂ ਕੀਤੇ। 100 ਤੋਂ ਉੱਤੇ ਵਿਦਵਾਨਾਂ ਦੇ ਟੀਕੇ ਜਪਜੀ ਸਾਹਿਬ ਦੇ ਹਨ, ਜਿਨ੍ਹਾਂ ਅਰਥ ਲਿਖੇ।
ਔਰ ਇੱਕ ਦਾ ਦੂਜੇ ਨਾਲ ਮੇਲ ਨਹੀਂ ਖਾਂਦਾ। ਆਪ ਆਪਣੀ ਬੁੱਧ ਹੈ ਜੇਤੀ, ਜਿਵੇਂ ਜਿਵੇਂ ਪਰਮਾਤਮਾ ਨੇ ਕਿਸੇ ਨੂੰ ਸਮਝ ਬਖਸ਼ੀ ਉਹਨੇ ਉਸ ਤਰ੍ਹਾਂ ਅਰਥ ਲਿਖੇ ਹੈ। ਗਿਆਨੀ ਸੰਤ ਸਿੰਘ ਜੀ ਕਹਿੰਦੇ ਜਪਜੀ ਸਾਹਿਬ ਦੀਆਂ ਕੁਝ ਪੌੜੀਆਂ, ਤਕਰੀਬਨ 15-16 ਪੌੜੀਆਂ ਦੇ ਕਹਿੰਦੇ ਮੈਂ ਅਰਥ ਲਿਖੇ, ਅਤੇ ਫਿਰ ਸਬੱਬ ਐਸਾ ਬਣਿਆ ਵੀ ਉਹ ਅੱਗੇ ਅਰਥ ਨਾ ਲਿਖ ਸਕਿਆ। ਕੁਝ ਸਮਾਂ ਲੰਘ ਗਿਆ, ਕੁਝ ਸਾਲ ਲੰਘ ਗਏ, ਕਹਿੰਦੇ ਦੁਬਾਰਾ ਫਿਰ ਮੈਂ ਅਰਥ ਲਿਖਣੇ ਸ਼ੁਰੂ ਕੀਤੇ। ਮੈਂ ਕਿਹਾ ਚੱਲ ਫਿਰ ਸ਼ੁਰੂ ਤੋਂ ਲਿਖਦਾ। ਕਹਿੰਦੇ ਦੁਬਾਰਾ ਜਦੋਂ ਮੈਂ ਅਰਥ ਲਿਖੇ ਤਾਂ ਪਹਿਲੇ ਜਿਹੜੇ ਮੈਂ ਅਰਥ ਲਿਖੇ ਸੀ ਉਹ ਮੇਰੇ ਹੀ ਲਿਖੇ ਅਰਥ ਉਹਨਾਂ ਦੇ ਨਾਲ ਮੇਲ ਨਹੀਂ ਸੀ ਕਰ ਰਹੇ, ਵੀ ਉਦੋਂ ਮੈਂ ਆਹ ਅਰਥ ਲਿਖੇ, ਅੱਜ ਮੈਂ ਆਹ ਦੇਖ ਰਿਹਾ ਹਾਂ। ਤੋ ਜਿਵੇਂ ਪਰਮਾਤਮਾ ਸਮਝ ਬਖਸ਼ਦਾ ਨਾ, ਉਵੇਂ ਗੁਰ ਸ਼ਬਦ ਦੀ ਵਿਚਾਰ ਹੁੰਦੀ ਹੈ। ਪਰ ਇਹ ਕਥਾ ਹੈ ਅਕਥ, ਇਹ ਕਥਨ ਨਹੀਂ ਕੀਤੀ ਜਾ ਸਕਦੀ, ਇਹ ਬਿਆਨ ਨਹੀਂ ਕੀਤੀ ਜਾ ਸਕਦੀ। ਅਕਥ ਕਥਾ ਗੁਰ ਸ਼ਬਦ ਹੈ। ਨਮੋ ਨੇਤ ਨੇਤ ਨਮੋ ਨਮੋ ਕੇਲੇ, ਗੁਰਮੁਖ ਸੁਖ ਫਲ ਅੰਮ੍ਰਿਤ ਵੇਲੇ। ਗੁਰਮੁਖਾਂ ਦੇ ਕੋਲ ਸੁਖ ਫਲ ਹੈ ਜਿਹੜਾ ਅੰਮ੍ਰਿਤ ਵੇਲੇ ਵੰਡਿਆ ਜਾਂਦਾ ਹੈ। ਅੰਮ੍ਰਿਤ ਵੇਲੇ ਦੀ ਸਾਂਭ ਕਰਦੇ ਨੇ ਗੁਰਮੁਖ ਪਿਆਰੇ, ਇਹੀ ਉਹਨਾਂ ਦਾ ਸੁਖ ਫਲ ਹੈ। ਇਸ 16ਵੀਂ ਵਾਰ ਦੀ ਅਖੀਰਲੀ 21ਵੀਂ ਪੌੜੀ ਵਿੱਚ ਭਾਈ ਗੁਰਦਾਸ ਜੀ ਸਾਨੂੰ ਦੱਸ ਰਹੇ ਹੈ ਵੀ ਗੁਰੂ ਦੇ ਬਰਾਬਰ ਕੋਈ ਵੀ ਨਹੀਂ ਹੈ। ਲੱਖਾਂ ਪਦਾਰਥ, ਦੌਲਤਾਂ, ਲੱਖਾਂ ਸ਼ਕਤੀਆਂ ਗੁਰੂ ਦੇ ਬਰਾਬਰ ਨਹੀਂ ਹਨ। ਚਾਰ ਪਦਾਰਥ ਆਖੀ ਅਨ, ਲੱਖ ਪਦਾਰਥ ਹੁਕਮੀ ਬੰਦੇ। ਜਿਹੜੇ ਚਾਰ ਪਦਾਰਥ ਕਹੇ ਜਾਂਦੇ ਹੈ, ਧਰਮ, ਅਰਥ, ਕਾਮ, ਮੋਖ, ਬੜੀ ਵਾਰ ਆਪਾਂ ਇਹਨਾਂ ਦੀ ਗੱਲ ਕੀਤੀ। ਇਹ ਚਾਰੇ ਪਦਾਰਥ, ਲੱਖ ਪਦਾਰਥ ਅਤੇ ਹੋਰ ਲੱਖਾਂ ਪਦਾਰਥ ਇਹ ਗੁਰੂ ਜੀ ਦੇ ਹੁਕਮੀ ਬੰਦੇ ਹਨ, ਗੁਰੂ ਦੇ ਹੁਕਮ ਵਿੱਚ ਹਨ। ਗੁਰੂ ਇੱਕ ਹੁਕਮ ਕਰੇ ਉਹਦੇ ਕੋਲ ਹੀ ਚਲੇ ਜਾਂਦੇ ਹੈ। ਇਹ ਗੁਰਸਿੱਖ ਦੀ ਝੋਲੀ ਭਰਨੀ, ਮਹਾਰਾਜ ਨੇ ਕਿਹਾ ਫਲਾਣੇ ਸਿੱਖ ਕੋਲ ਜਾਓ, ਪਦਾਰਥ ਉਹਦੇ ਕੋਲ ਚਲੇ ਜਾਂਦੇ, ਸਾਰੇ ਮਹਾਰਾਜ ਦੇ ਹੁਕਮ ਵਿੱਚ ਹਨ। ਰਿੱਧ ਸਿੱਧ ਨਿੱਧ ਲਖ ਸੇਵਕੀ, ਕਾਮ ਧੇਣ ਲਖ ਵਗ ਚਰੰਦੇ। ਰਿੱਧੀਆਂ ਸਿੱਧੀਆਂ ਅਤੇ ਨਿੱਧੀਆਂ ਅਤੇ ਲੱਖਾਂ ਹੀ ਟਹਿਲਣਾ ਹਨ, ਇਹ ਗੁਰੂ ਦੀ ਹਜ਼ੂਰੀ ਵਿੱਚ ਹਨ। ਅਤੇ ਲੱਖਾਂ ਹੀ ਕਾਮ ਧੇਨ ਗਊਆਂ ਦੇ ਵਗ ਗੁਰੂ ਦੇ ਹੁਕਮ ਦੇ ਵਿੱਚ ਚਰਦੇ ਹੈ। ਇੱਕ ਕਾਮ ਧੇਨ ਨਹੀਂ, ਲੱਖਾਂ ਹੀ ਕਾਮ ਧੇਨ ਗਊਆਂ ਗੁਰੂ ਦੇ ਹੁਕਮ ਵਿੱਚ ਹਨ। ਲੱਖ ਪਾਰਸ ਪਥਰੋਲੀਆ, ਪਾਰ ਜਾਤ ਲਖ ਬਾਗ ਫਲੰਦੇ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਲੱਖਾਂ ਪਾਰਸ ਦੀਆਂ ਗੀਟੀਆਂ, ਪਥਰੋਲੀਆਂ, ਉਹ ਛੋਟੇ ਛੋਟੇ ਪੱਥਰ, ਕਹਿੰਦੇ ਲੱਖਾਂ ਹੀ ਪਾਰਸ ਦੀਆਂ ਗੀਟੀਆਂ ਇਹ ਗੁਰੂ ਦੇ ਚਰਨਾਂ ਵਿੱਚ ਰੁਲਦੀਆਂ ਫਿਰਦੀਆਂ ਨੇ। ਲੱਖਾਂ ਹੀ ਕਲਪ ਬ੍ਰਿਸ਼ ਦੇ ਬਾਗ ਇਹ ਗੁਰੂ ਸਾਹਿਬ ਦੇ ਚਰਨਾਂ ਦੀ ਸ਼ਰਨ ਵਿੱਚ ਹਨ, ਫਲੇ ਹੋਏ ਹਨ। ਚਿਤਵਨ ਲਖ ਚਿੰਤਾਮਣੀ, ਲੱਖ ਰਸਾਇਣ ਕਰਦੇ ਛੰਦੇ। ਇਸੇ ਤਰ੍ਹਾਂ ਗੁਰੂ ਸਾਹਿਬ ਜੀ ਦੀ ਕਿਰਪਾ ਦ੍ਰਿਸ਼ਟੀ ਦੇ ਵਿੱਚ ਲੱਖਾਂ ਹੀ ਚਿੰਤਾਮਣੀਆਂ ਹਨ। ਚਿਤਵਨ ਤੋਂ ਭਾਵ ਗੁਰੂ ਦੀ ਕਿਰਪਾ ਦ੍ਰਿਸ਼ਟੀ ਦੇ ਵਿੱਚ ਲੱਖਾਂ ਹੀ ਚਿੰਤਾਮਣੀਆਂ ਨੇ। ਸਿੱਖ ਨੂੰ ਕਿਸੇ ਵੱਖਰੀ ਚਿੰਤਾਮਣੀ ਦੇ ਪਿੱਛੇ ਜਾਣ ਦੀ ਲੋੜ ਨਹੀਂ। ਗੁਰੂ ਦੀ ਇੱਕ ਨਜ਼ਰ ਹੋ ਗਈ, ਲੱਖਾਂ ਹੀ ਚਿੰਤਾਮਣੀਆਂ ਨੇ ਉਸ ਨਜ਼ਰ ਦੇ ਵਿੱਚ। ਲੱਖ ਰਸਾਇਣ ਕਰਦੇ ਛੰਦੇ, ਅਤੇ ਲੱਖਾਂ ਹੀ ਰਸਾਇਣ ਜਿਹੜੇ ਹੈ ਉਹ ਗੁਰੂ ਦੀ ਸਿਫਤ ਤੋਂ ਬਲਿਹਾਰ ਜਾਂਦੇ ਹੈ। ਛੰਦੇ ਭਾਵ ਛੰਦਾਬੰਦੀ, ਸਿਫਤ ਕਰਦੇ ਹੈ ਮਹਾਰਾਜ ਦੀ। ਲੱਖ ਰਤਨ ਰਤਨਾਗਰਾਂ, ਸਭ ਨਿਧਾਨ ਸਭ ਫਲ ਸਿਮਰੰਦੇ। ਲੱਖਾਂ ਹੀ ਰਤਨ ਅਤੇ ਲੱਖਾਂ ਹੀ ਸਮੁੰਦਰ, ਸਭ ਨਿਧਾਨ, ਸਾਰੇ ਖਜ਼ਾਨੇ, ਸਾਰੇ ਫਲ ਇਹ ਗੁਰੂ ਨੂੰ ਚੇਤੇ ਕਰਦੇ ਹੈ। ਸਮੁੰਦਰ ਵੀ ਗੁਰੂ ਨੂੰ ਚੇਤੇ ਕਰ ਰਿਹਾ, ਰਤਨ ਵੀ ਗੁਰੂ ਨੂੰ ਚੇਤੇ ਕਰਦੇ ਹੈ, ਸਾਰੇ ਖਜ਼ਾਨੇ ਗੁਰੂ ਨੂੰ ਚੇਤੇ ਕਰਦੇ ਹੈ, ਸਾਰੇ ਫਲ ਗੁਰੂ ਨੂੰ ਚੇਤੇ ਕਰਦੇ ਹੈ, ਸਾਰੇ ਹੀ ਗਾਉਂਦੇ ਹੈ ਗੁਰੂ ਦੀਆਂ ਸਿਫਤਾਂ। ਲੱਖ ਭਗਤੀ ਲਖ ਭਗਤ ਹੋਏ, ਕਰਾਮਾਤ ਪਰਚੈ ਪਰਚੰਦੇ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਆ ਲੱਖਾਂ ਭਗਤ ਜਿਹੜੇ
ਕਰਾਮਾਤ ਦੇ ਵਿੱਚ ਪਰਚੇ ਰਹਿੰਦੇ ਹੈ, ਕਰਾਮਾਤ ਦੇ ਪਰਚੇ ਵਿੱਚ ਪਰਚਦੇ ਹੈ। ਜਦੋਂ ਉਹਨਾਂ ਨੇ ਗੁਰੂ ਦੀ ਮਹਿਮਾ ਜਾਣੀ ਉਹਨਾਂ ਲੱਖਾਂ ਭਗਤਾਂ ਨੇ, ਤਾਂ ਫਿਰ ਉਹ ਗੁਰੂ ਦੇ ਭਗਤ ਬਣ ਗਏ। ਇਹ ਨਾਟਕ ਚੇਟਕ ਕਰਾਮਾਤਾਂ ਨੂੰ ਛੱਡਿਆ ਤੇ ਗੁਰੂ ਦੀ ਸ਼ਰਨ ਪੈ ਗਏ ਉਹ ਭਗਤ। ਸ਼ਬਦ ਸੁਰਤ ਲਿਵ ਸਾਧ ਸੰਗ, ਪਿਰਮ ਪਿਆਲਾ ਅਜਰ ਜਰੰਦੇ। ਸ਼ਬਦ ਸੁਰਤ ਲਿਵ ਸਾਧ ਸੰਗ, ਜਿਹੜੇ ਗੁਰੂ ਕੇ ਪਿਆਰੇ ਸਿੱਖ ਹਨ ਕੀ ਕਰਦੇ ਹੈ? ਸ਼ਬਦ ਸੁਰਤ ਦੀ ਲਿਵ ਵਿੱਚ ਟਿਕੇ ਰਹਿੰਦੇ ਹੈ ਤੇ ਪ੍ਰੇਮ ਦੇ ਅਜਰ ਪਿਆਲੇ ਨੂੰ ਜਰ ਲੈਂਦੇ ਹੈ। ਪ੍ਰੇਮ ਦਾ ਪਿਆਲਾ ਪੀ ਕੇ ਤੇ ਉਹਦੇ ਵਿੱਚ ਮਸਤ ਰਹਿੰਦੇ ਹੈ। ਗੁਰ ਕਿਰਪਾ ਸਤ ਸੰਗ ਮਿਲੰਦੇ, ਗੁਰੂ ਦੀ ਕਿਰਪਾ ਨਾਲ ਹੀ ਅਜਿਹੇ ਸਤ ਸੰਗੀ ਗੁਰਮੁਖ ਮਿਲਦੇ ਹੈ, ਜਾਂ ਗੁਰੂ ਦੀ ਕਿਰਪਾ ਦੇ ਨਾਲ ਹੀ ਸਤ ਸੰਗਤ ਦੇ ਵਿੱਚ ਮਿਲਿਆ ਜਾਂਦਾ। ਜਦੋਂ ਗੁਰੂ ਦੀ ਕਿਰਪਾ ਹੋਵੇ, ਗੁਰੂ ਦੀ ਮਿਹਰ ਹੋਵੇ, ਤਾਂ ਹੀ ਸਤ ਸੰਗਤ ਦੇ ਵਿੱਚ ਬੈਠਣ ਦਾ ਸੁਭਾਗ ਪ੍ਰਾਪਤ ਹੁੰਦਾ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਗੁਰੂ ਦੇ ਬਰਾਬਰ ਕੋਈ ਵੀ ਨਹੀਂ ਹੈ। ਕੋਈ ਵਸਤੂ, ਕੋਈ ਤਾਕਤ, ਕੋਈ ਸ਼ਕਤੀ, ਕੋਈ ਦ੍ਰਿਸ਼ਟ ਤੇ ਕੋਈ ਅਦ੍ਰਿਸ਼ਟ ਤੱਕ ਸ਼ਕਤੀ ਜਿਹੜੀ ਹੈ ਉਹ ਗੁਰੂ ਦੀ ਬਰਾਬਰਤਾ ਨਹੀਂ ਕਰ ਸਕਦੀ। ਗੁਰੂ ਸਭ ਤੋਂ ਵੱਡਾ ਹੈ। ਇਸ ਲਈ ਅਸੀਂ ਸਾਰਿਆਂ ਨੇ ਗੁਰੂ ਦੀ ਸ਼ਰਨ ਵਿੱਚ ਪੈ ਕੇ ਗੁਰੂ ਦੇ ਸ਼ਬਦ ਤੋਂ ਸਿੱਖਿਆ ਲੈ ਕੇ ਆਪਣੇ ਜੀਵਨ ਨੂੰ ਜਿਉਣਾ ਹੈ। ਸਤਿਗੁਰੂ ਮਿਹਰ ਕਰਨ। ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਜੀ। ਸ਼ਬਦ ਸੁਰਤ ਲਿਵ ਸਾਧ ਸੰਗ, ਪਿਰਮ ਪਿਆਲਾ ਅਜਰ ਜਰੰਦੇ। ਗੁਰ ਕਿਰਪਾ ਸਤ ਸੰਗ ਮਿਲੰਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੋਂ